सब देखने और सुनने वालों की खिदमत में मोहब्बत भरा सलाम। नाज़रीन, आमिर साहब हमारे साथ हैं इस वक्त जर्मनी से। अभी मैं थोड़ी देर पहले ऑफिस आया तो आमिर साहब की कॉल आई कि एक इंटरव्यू देना है। मैंने कहा क्या हुआ आप, क्योंकि आमिर साहब की कोई ना कोई फ़िल्म चलती रहती है और ये है कि ये फिर बातचीत करके बताते हैं अपने हालात ताकि दूसरे लोग बच सकें। पिछले दिनों दो बच्चे मिले तो वो ये कहने लगे कि आपने हमें पहचाना नहीं। मैं कहा नहीं। जब उन्होंने बताया कि इस तरह एक प्लेन का मसला थोड़ा सा बताया तो मैं समझ कि आमिर साहब के बेटे हैं। जी आमिर साहब, क्या हुआ बेल्जियम में, सुनाए अपनी राम कहानी। मालिक साहब, क्या हाल चाल है? ठीक ठाक हो? हाँ जी, अल्लाह का फजल। पंजाबी ਦੇ ਵਿੱਚ इंटरव्यू के उर्दू च? मिक्स मिक्स। अच्छा, मिक्स। ਉਹ ਇਸ ਤਰ੍ਹਾਂ ਹੋਇਆ ਕਿ ਅਸੀਂ ਸੁਬਾਹ ਚੱਲੇ ਲੰਡਨ ਤੋਂ ਉਹ ਦੇ ਕਰੀਬ ਗੱਡੀ ਦੀ ਲਾਈਟ ਮੈਲਟਿੰਗ ਦਿੱਤੀ ਹੈ ਜਨਰੇਟਰ ਦੀ। लंदन मुलाकात हुई थी ਤੁਹਾਡੇ ਨਾਲ? ਮੈਂ ਕਿਹਾ ਬੈਟਰੀ ਫੁੱਲ ਹੈ ਤੇ ਆਖਣ ਤੱਕ ਇਨਸ਼ਾਅੱਲਾ ਅਸੀਂ ਪਹੁੰਚ ਜਾਵਾਂਗੇ। ਤੇ ਤਕਰੀਬਨ ਆਖਰ ਤੋਂ 50 ਕਿਲੋਮੀਟਰ ਲੀਚ ਦੇ ਲਾਗੇ ਗੱਡੀ ਜਿਹੜੀ ਹੈ ਨਾ ਬੈਟਰੀ ਬਿਲਕੁਲ ਡੈਡ ਹੋ ਗਈ। ਉਹਦੀ ਮੈਲਟਿੰਗ ਆਏ ਜਨਰੇਟਰ ਵਰਕ ਸਟਾਰਟ ਬੈਲਜੀਅਮ ਤੇ ਹਾਂਜੀ ਬੈਲਜੀਅਮ ਵਿੱਚ। ਮੈਂ ਇਸ ਵਾਸਤੇ ਦੱਸ ਰਿਹਾ ਹਾਂ ਕਿ ਪਿਛਲੇ ਸਾਲ ਵੀ ਕਿਸੇ ਨਾਲ ਹੋਇਆ ਸੀ ਤੇ ਮੈਂ ਇੰਨਾ ਗੌਰ ਨਹੀਂ ਕੀਤਾ। ਤੇ ਜਦੋਂ ਵੀ ਤੁਹਾਡੀ ਕਿਤੇ ਗੱਡੀ ਖਰਾਬ ਹੋਏ ਬੈਲਜੀਅਮ ਤੇ ਤੁਸੀਂ ਕੋਸ਼ਿਸ਼ ਕਰੋ ਉਸ ਫਾਟ ਜਿਹੜਾ ਨਾ ਥੱਲੇ ਗੱਡੀ ਲਾ ਕੇ ਉੱਥੇ ਕਿਸੇ ਪੈਟਰੋਲ ਪੰਪ ਦੀਆਂ ਪਾਰਕਿੰਗ ਦੇ ਵਿੱਚ, ਕਿਉਂਕਿ ਸਾਡੇ ਆਸੇ ਇਹ ਮਦਦ ਨਹੀਂ ਕਰਦਾ ਮੋਟਰਵੇ ਤੇ। ਮਗਰ ਪਹਿਲੇ ਤੇ ਕਰਦਾ ਸੀ ਜਰਮਨੀ ਦਾ, ਅਗਰ ਤੁਹਾਡੇ ਕੋਲ ਆਡੇ ਆਸੇ ਪਲੱਸ ਨਹੀਂ ਹੋਣਾ। ਹਾਂਜੀ, ਆਡੇ ਆਸੇ ਪਲੱਸ ਪ੍ਰੀਮੀਅਮ। ਅੱਛਾ, ਉਹ ਹੈਗਾ ਤੁਹਾਡੇ ਕੋਲ? ਹਾਂਜੀ ਹਾਂਜੀ। ਤੇ ਕਿਉਂਕਿ ਉਹਨਾਂ ਦਾ ਕਾਨੂੰਨ ਹੈ, ਪੁਲਿਸ ਵਾਲੇ ਜਿਹੜੇ ਆ ਉਹ ਅਪਸਲਿਪ ਕਰਦੇ ਨੇ ਬੈਲਜੀਅਮ। ਉਹਨਾਂ ਨੂੰ ਫੋਨ ਕਰੋ, ਆਡੇ ਆਸੇ ਵਾਲਿਆਂ ਨੂੰ ਫੋਨ ਕੀਤਾ, ਮੈਂ ਵੀ ਫੋਨ ਕੀਤਾ, ਬੇਟੇ ਨੇ ਕੀਤਾ। ਅਸੀਂ ਕਿਹਾ ਤੁਹਾਨੂੰ ਕਾਹਦੇ ਪੈਸੇ ਦੇ ਰਹੇ? ਉਹ ਕਹਿੰਦੇ ਜੀ ਬੈਲਜੀਅਮ ਦਾ ਕਾਨੂੰਨ ਹੈ, ਪੁਲਿਸ ਨੂੰ ਫੋਨ ਕਰੋ ਪਹਿਲੇ ਇਸ ਨੰਬਰ ਤੇ 112 ਤੇ ਉਹ ਆਣਗੇ, ਉਹ 500 ਯੂਰੋ ਲੈਣਗੇ। ਉਹ ਕਾਹਦਾ ਲੈਣਗੇ 500 ਯੂਰੋ? ਭਾਵੇਂ 1 ਕਿਲੋਮੀਟਰ ਦਾ ਤੇ ਭਾਵੇਂ 100 ਕਿਲੋਮੀਟਰ ਦਾ। ਅੱਛਾ। ਉਹ ਤੁਹਾਡੀ ਰਿਸ਼ਵਤ ਸਟੇਲਨ ਕਰਨਗੇ ਥੱਲੇ ਕਿਤੇ ਪਾਰਕ ਪਲਾਟਸ ਵਿੱਚ ਜਾਂ ਕਿਸੇ ਪੈਟਰੋਲ ਪੰਪ ਤੇ ਜਾਂ ਕਿਸੇ ਵਰਕ ਸਟਾਪ। ਉਹਦੇ ਬਾਅਦ ਸਾਡੇ ਨਾਲ ਰਾਬਤਾ ਕਰਿਓ। ਮੈਂ ਕਿਹਾ ਕੀ ਗੱਲ ਹੋਈ? ਤੇ ਕਹਿੰਦੇ ਆ ਕਾਨੂੰਨ ਅਸੀਂ ਕੋਈ ਮਦਦ ਨਹੀਂ ਕਰ ਸਕਦੇ। ਤੇ ਮੈਂ ਟੈਲੀਫੋਨ ਵਾਲੇ ਪੁਲਿਸ ਨੂੰ ਮਿਲਾਇਆ ਹੀ ਆ। ਮੇਰਾ ਬੇਟਾ ਕਹਿੰਦਾ ਹਾਊਸ ਫਾਟ ਜਿਹੜਾ ਨਾ 500-600 ਮੀਟਰ ਤੇ ਆ ਤੇ 500 ਯੂਰੋ ਰੂਟ ਦੇਣਾ ਵਾ ਤੇ ਤੁਸੀਂ ਇਹਨੂੰ ਧੱਕਾ ਲਾ ਕੇ ਲੈ ਜਾਂਦੇ। ਮੈਂ ਆਪਣੀ ਬੇਟੀ ਨੂੰ ਕਿਹਾ ਤੂੰ ਸਟੇਰਿੰਗ ਤੇ ਬਹਿ, ਮੈਂ ਅਸੀਂ ਮੇਰੇ ਦੋ ਬੇਟੇ ਨਾਲ ਅਸੀਂ ਧੱਕਾ ਲਾ ਕੇ ਤੇ ਲੀਜ ਤੇ ਲਾਗੇ। ਤੁਸੀਂ ਵੀ ਸਫ਼ਰ ਕੀਤਾ ਹੋਣਾ, ਮੈਕਡੋਨਲਡ ਵੀ ਜਾਂ KFC ਵੀ। ਉਹ ਤਾਂ ਬੜੀ ਦੂਰ ਹੈਗਾ। ਹਾਂਜੀ, ਇੰਨੀ ਦੂਰ ਤੱਕ ਧੱਕਾ ਲਾਇਆ? ਤਕਰੀਬਨ ਅਸੀਂ ਅੱਧਾ ਕਿਲੋਮੀਟਰ 700-800 ਮੀਟਰ ਤੱਕ ਨਾ। ਹਾਂ ਚਲੋ, ਅੱਗੇ ਲਥਾਈ ਸੀਗੀ। ਅੱਛਾ, ਅੱਗੇ ਲਥਾਈ ਆ ਗਈ ਨਾ ਫਿਰ। ਹਾਂ ਫਿਰ ਧੱਕਾ ਨਹੀਂ ਲਾਣਾ ਪਿਆ ਸੀ ਥੋੜੀ ਜੀ। ਤੇ ਤਕਰੀਬਨ 100-200 ਮੀਟਰ ਤੱਕ ਅਸੀਂ ਧੱਕਾ ਲਾਇਆ ਤੇ ਉਹਦੇ ਬਾਅਦ ਲਥਾਈ ਸੀ। ਫਿਰ ਗੱਡੀ ਰਿੜ ਕੇ ਉੱਥੇ ਤੱਕ ਅਸੀਂ ਗਏ। ਫਿਰ ਆਡੇ ਆਸੇ ਨੂੰ ਫੋਨ ਕੀਤਾ ਦੁਬਾਰਾ। ਅੱਛਾ, ਅਸੀਂ ਕਿਹਾ ਇੱਥੇ ਖੜੇ ਹੋ ਗਏ ਆ ਅਸੀਂ। ਤੇ ਫਿਰ ਉਹਨਾਂ ਦੀ ਗੱਡੀ ਆਈ ਤਕਰੀਬਨ ਅੱਧੇ ਘੰਟੇ ਬਾਅਦ ਸਲਿਪ ਟਰੱਕ ਤੇ। ਉਹ ਕਹਿੰਦਾ ਇਹ ਤੇ ਕੰਮ ਸੁਬਾਹ ਹੀ ਹੋਏਗਾ, ਅਗਰ ਲੰਬਾ ਕੰਮ ਆ ਅਸੀਂ ਗੱਡੀ ਨਹੀਂ ਦੇ ਸਕਦੇ ਤੁਹਾਨੂੰ। ਤਾਂ ਨਹੀਂ ਤੁਹਾਡੇ ਕੋਲ ਤੇ ਕਾਰਡ ਪਲੱਸ ਆਡੇ ਆਸੇ ਪਲੱਸ ਸੀ, ਫਿਰ ਕਿਉਂ ਨਹੀਂ ਗੱਡੀ ਦੇ ਸਕਦੇ ਜੀ? ਕਹਿੰਦੇ ਗੱਡੀ ਨਹੀਂ ਦੇ ਸਕਦੇ, ਅਗਰ ਜ਼ਿਆਦਾ ਲੰਬਾ ਕੰਮ ਆ ਤੇ ਫਿਰ ਤਾਂਗੇ ਉਹ ਆ ਕੇ ਇਹਦਾ ਡਿਆਗਨੋਜ਼ਨ ਕਰਨਗੇ, ਚੈੱਕਅਪ ਕਰਨਗੇ, ਚੈੱਕਅਪ ਕਰਨਗੇ ਤੇ ਉਹਦੇ ਬਾਅਦ ਫਿਰ ਤੁਹਾਨੂੰ ਅਸੀਂ ਹੋਟਲ ਦੇ ਦਿੰਦੇ ਆ 400। 6 ਜਣੇ ਸੀ ਅਸੀਂ, 400 ਤੱਕ। ਅੱਛਾ, ਤੇ ਉਸ ਤੋਂ ਇਲਾਵਾ ਅਸੀਂ ਤੁਹਾਨੂੰ 50 ਯੂਰੋ ਟੈਕਸੀ ਦੇ ਸਕਦੇ, 50 ਯੂਰੋ ਤੱਕ। ਤੇ ਮੈਂ ਕਿਹਾ ਕਿ ਚਲੋ ਬੱਚਿਆਂ ਨੂੰ ਮੈਂ ਕਿਸੇ ਤਰੀਕੇ ਨਾਲ ਤੋਰਾਂ ਤੇ ਮੈਂ ਤੇ ਇੱਥੇ ਰਹਿ ਲਵਾਂਗਾ। ਤੇ ਫਿਰ ਮੈਂ ਉਹ ਆ ਗਿਆ ਉਨੀ ਦੇਰ ਵਿੱਚ ਆਡੇ ਆਸੇ ਵਾਲਾ। ਉਹਨੇ ਚੈੱਕ ਕੀਤਾ, ਉਹਨੇ ਕਿਹਾ ਇਹਦਾ ਡੈਨਮੋ ਜਿਹੜਾ ਨਾ
ਉਹ ਡੈਡ ਹੋ ਗਏ। लिस्ट ਮੈਂ मशीन ਉਹਨੂੰ ਕਿਹਾ ਤੇ ਬੈਟਰੀ ਜਿਹੜੀ ਆ ਚਾਰਜ ਨਹੀਂ ਕਰ ਰਿਹਾ, ਹਾਲੇ ਦਿਨ ਨਹੀਂ ਸੀਗਾ ਤਕਰੀਬਨ। जनरेटर 8 खराब ਵਜੇ। हो गया थोड़ा जिहा, दूजे लोग भी देखते उन्होंने पता चल जे। अच्छा चलो। ਹਾਂਜੀ ਤੇ ਮੈਂ ਦੱਸਣ ਦਾ ਹੈ ਮਕਸਦ नहीं फिर अगे की होया? हाले ते मकसद पूरा नहीं है। फिर होटल लिया की कीता? ਕੁਛ ਵੀ ਨਹੀਂ ਲਿਆ, ਹੋਟਲ ਨਹੀਂ ਲਿਆ। ਉਹ ਆਡੇ ਆਸੇ ਆਇਆ, ਬੜਾ ਚੰਗਾ ਸੀ, ਤੁਰਕੀ ਸੀ। ਉਹਨੇ ਆਪਣੇ ਕਿਸੇ ਦੋਸਤ ਨੂੰ ਫੋਨ ਕੀਤਾ, ਉਹ ਕਹਿੰਦਾ ਮੈਂ ਡੈਨਮੋ ਪਾ ਦੇਣਾ ਵਾ, 240 ਯੂਰੋ ਲੱਗਣਗੇ। ਕਿਹੜੀ ਮੈਂ ਗੱਡੀ ਕਿਹਾ ਸੀ? ਮੈਂ ਗੱਡੀ ਕਿਹੜੀ? ਸੁਬਾ ਅੱਜ ਨਹੀਂ। ਗੱਡੀ ਕਿਹੜੀ ਸੀ? ਗੱਡੀ ਮੇਰੇ ਕੋ ਫੋਰਡ ਗਲੈਕਸੀ। ਅੱਛਾ ਹਾਂ ਤੇ ਫਿਰ ਰਾਤ ਕਿੱਥੇ ਕੱਢੀ? ਰਾਤ ਤੁਹਾਨੂੰ ਦੱਸਣਾ ਨਾ। ਤੇ ਉਹਨੂੰ ਮੈਂ ਕਿਹਾ ਮੈਂ ਤੈਨੂੰ 100 ਯੂਰੋ ਵੱਧ ਦੇ ਦੇਣਾ ਵਾ ਤੇ ਤੂੰ ਮੈਨੂੰ ਨਾ ਹੁਣੇ ਪਾ। ਅੱਛਾ ਉਹ ਕਹਿੰਦਾ ਵਰਕਸ਼ਾਪ ਬੰਦ ਆ। ਉਹਦਾ ਫਿਰ 2 ਮਿੰਟ ਬਾਅਦ ਫੋਨ ਆਇਆ, ਉਹਨੇ ਕਿਹਾ ਨਾਲ ਹੈ ਤੇ ਮੁਸਲਿਮ ਨੇ ਤੇ ਐਸੇ ਬੱਚੇ ਨਾਲ ਨੇ। ਉਹਨੇ ਕਿਹਾ ਫਿਰ ਚਲੋ ਆ ਜਾਓ, ਮੈਂ 350 ਯੂਰੋ ਲੈਣਾ ਵਾ ਤੁਹਾਡੇ ਤੋਂ ਤੇ 15 ਮਿੰਟ ਵਿੱਚ ਪੈ ਜਾਏਗਾ, ਮੇਰੇ ਕੋਲ ਪਿਆ ਹੈ। ਤੇ ਅਸੀਂ ਤਕਰੀਬਨ ਲੀਜ ਤੋਂ ਜਿਹੜਾ ਪੈਟਰੋਲ ਪੰਪ ਨਹੀਂ ਹੁੰਦੇ, ਉਹ ਤੋਂ ਅਗਲਾ ਹਾਊਸ ਫਾਟ, ਉੱਥੇ ਉੱਥੋਂ ਦੀ ਵਰਕਸ਼ਾਪ ਸੀ। ਉਹਨੇ ਜੀ ਅੱਧੇ ਘੰਟੇ ਵਿੱਚ ਸਾਨੂੰ ਡੈਨਮੋ ਪਾਇਆ। ਕਹਿ ਰਿਹਾ ਸੀ 350 ਨਾਲ ਗੱਲਬਾਤ ਹੋਈ, ਕਹਿੰਦਾ ਚਲੋ 300 ਤੇ ਫੈਮਿਲੀ ਬੜੀ ਅੱਛੀ ਹੋ। ਤੇ ਅਸੀਂ ਪਵਾਇਆ ਉਸੇ ਵੇਲੇ, ਤੇ ਬੱਚੇ ਉੱਥੇ ਮੈਕਡੋਨਲਡ ਵਿੱਚ ਹੀ ਬੈਠੇ ਸੀ। ਮੈਂ ਕਿਹਾ ਇੱਥੇ ਖਾਓ ਪੀਓ। ਤੇ ਬੱਚੇ ਜਿਹੜੇ ਆ ਉਹਨਾਂ ਨੂੰ ਤਕਰੀਬਨ ਸਾਰਾ ਆਇਆ ਪ੍ਰੋਸੀਜਰ ਹੋਇਆ ਸਾਡੇ ਆਸੇ ਤੋਂ ਲੈ ਕੇ ਪਾਣ ਤੱਕ 1 ਘੰਟੇ ਦਾ। ਮਤਲਬ ਇਹ ਵਾ ਕਿ ਕਿਸਮਤ ਤੁਹਾਡੀ ਚੰਗੀ ਸੀ, ਇੱਕ ਤੇ ਬੱਚੇ ਨਾਲ ਸੀ, ਗੱਡੀ ਨੂੰ ਧੱਕਾ ਲਾ ਦਿੱਤਾ, ਨਹੀਂ ਤੇ 500 ਦੀ ਮੰਜੀ ਠੋਕਣ ਵਾਲੀ ਸੀ ਤੁਹਾਡੀ। ਹਾਂ ਤੇ ਬੈਲਜੀਅਮ ਤੇ ਵੀ ਮੇਰੇ ਕਾਫੀ ਤਲਕ ਵਾਲੇ ਸੀ। ਦੋਸਤ ਨੇ ਕਿਹਾ ਤੂੰ ਗੱਡੀ ਲੈ ਜਾ, ਮੈਂ ਬਰਸਲ ਤੋਂ ਆ ਜਾਣਾ। ਮੈਂ ਕਿਹਾ ਪਹਿਲੇ ਮੈਨੂੰ ਇਹ ਕੰਮ ਕਰ ਲੈਂਦੇ, ਫਿਰ ਮੈਂ ਕਰਨਾ। ਕਿਉਂਕਿ ਲੀਜ਼ ਵਿੱਚ ਵੀ 1-2 ਦੋਸਤ ਹੋਰ ਸੀ, ਉਹਨਾਂ ਨੇ ਫੋਨ ਕੀਤਾ ਕਿਤੇ ਪੈਸੇ ਦੀ ਜ਼ਰੂਰਤ, ਘਰ ਦਾ ਬੱਚਿਆਂ ਨੂੰ ਅਸੀਂ ਲੈ ਜਾਂਦੇ ਹਾਂ। ਉਹਨਾਂ ਦੋਸਤਾਂ ਦੇ ਨੰਬਰ ਵੀ ਦੇ ਦਿਓ, ਕਿਸੇ ਹੋਰ ਨੂੰ ਵੀ ਲੋੜ ਹੋਏ ਤੇ ਫੋਨ ਕਰ। ਬਿਲਕੁਲ ਬਿਲਕੁਲ ਕੋਈ ਮਸਲਾ ਨਹੀਂ, ਕੋਈ ਮਸਲਾ ਨਹੀਂ। ਅੱਛਾ ਗੱਲ ਸੁਣੋ, ਫਿਰ ਤੁਸੀਂ ਘਰ ਪਹੁੰਚ ਕੇ ਖੈਰ ਕੀ ਹੁੰਦਾ? ਹਾਂਜੀ ਹਾਂਜੀ ਘਰ ਪਹੁੰਚ ਕੇ ਰਾਤੀ 1:30 ਵਜੇ। ਲੇਕਿਨ ਤੁਹਾਨੂੰ ਆਡੇ ਆਸੇ ਵਾਲਾ ਅੱਛਾ ਮਿਲ ਗਿਆ ਨਾ, ਮਸਲਾ ਤੇ ਇਹ ਵਾ। ਆਡੇ ਆਸੇ ਵਾਲਾ ਅੱਛਾ ਮਿਲ ਗਿਆ, ਉਹਨੇ ਬਹੁਤ ਤਾਵਨ ਕੀਤਾ, ਅੱਲਾਹ ਤਾਲਾ ਉਹਨੂੰ ਜਜ਼ਾ ਦੇ। ਇਹ ਦੱਸਣ ਦਾ ਇਹ ਮਕਸਦ ਆ ਕਿ ਤੁਸੀਂ ਅਗਰ ਤੁਹਾਡੇ ਗੱਡੀ ਵਿੱਚ ਕੋਈ ਮਸਲਾ ਵਾ, ਤੁਸੀਂ ਇਹੀ ਕੋਸ਼ਿਸ਼ ਕਰੋ ਕਿ ਫਟਾਫਟ ਜਿਹੜਾ ਹਾਊਸ ਫਾਟ ਆ ਰਿਹਾ ਉਹ ਲਾ ਕੇ ਤੇ ਆਡੇ ਆਸੇ ਨਾਲ ਰਾਬਤਾ ਕਰੋ। ਮੋਟਰਵੇ ਤੇ ਨਾ ਚੱਲੋ, ਉਤਰ ਜਾਓ, ਉਤਰ ਕੇ ਜਿਹੜਾ ਨਾਰਮਲ ਰੋਡ ਹੈ ਉਹਦੇ ਉੱਤੇ ਸਫ਼ਰ ਕਰੋ, ਕੋਸ਼ਿਸ਼ ਕਰੋ। ਠੀਕ ਹੈ, ਬੜੀ ਇਨਫੋਰਮੇਸ਼ਨ ਦਿੱਤੀ ਜੇ ਲੋਕਾਂ ਦੇ ਪੈਸੇ ਬਚ ਜਾਣਗੇ। ਤੇ ਇਹ ਕੱਲ ਹੋਇਆ ਤੁਹਾਡੇ ਨਾਲ ਜੀ? ਕੱਲ ਦੀ ਗੱਲ ਨਹੀਂ ਕਿ ਪਰਸੋਂ ਦੀ? ਹਾਂਜੀ ਹਾਂਜੀ ਕੱਲ ਰਾਤ ਦੀ ਗੱਲ ਹੈ। ਤੇ ਤੁਹਾਨੂੰ ਖਿਆਲ ਕਿੰਜ ਆਇਆ ਕਿ ਮੈਂ ਫੌਰੀ ਤੌਰ ਤੇ ਇੰਟਰਵਿਊ ਦਿਆਂ, ਕਿਉਂਕਿ ਤੁਹਾਡੇ ਤੇ ਕੋਈ ਨਾ ਕੋਈ ਚੱਲਦੇ ਰਹਿੰਦੇ ਇੰਟਰਵਿਊ? ਕਿਉਂਕਿ ਕਾਫੀ ਦੋਸਤ ਆ ਰਹੇ ਨੇ ਜਲਸੇ ਤੋਂ ਵਾਪਸ ਉੱਥੋਂ ਯੂਕੇ ਤੋਂ, ਤੇ ਕਿਸੇ ਨਾਲ ਵੀ ਹੋ ਸਕਦਾ ਵਾ, ਨਵੀਆਂ ਗੱਡੀਆਂ ਖੜੋ ਜਾਂਦੀਆਂ ਨੇ। ਹਾਂ ਤੇ ਹੁਣ ਠੀਕ ਹੈ, ਨਾਰਮਲ ਜੀ ਗੱਡੀ। ਅੱਛਾ ਚਲੋ ਕੋਈ ਗੱਲ ਨਹੀਂ, ਤੁਸੀਂ ਖੈਰ ਕੀ ਦਾ ਪਹੁੰਚ ਕੇ ਅੱਛੀ ਆਪਣਾ ਚੀਜ਼ ਹੈ ਕਿ ਤੁਸੀਂ ਦੂਸਰਾ ਨੂੰ ਦੱਸਣ ਦੇ ਲਈ ਫੋਨ ਕੀਤਾ, ਔਰ ਉਸੇ ਟਾਈਮ ਮੈਂ ਤੁਹਾਨੂੰ ਲੈਣ ਤੇ ਲਿਆ। ਥੋੜੀ ਦੇਰ 'ਚ ਪ੍ਰੋਗਰਾਮ ਅਪਲੋਡ ਕਰ ਦਿਆਂਗੇ। ਤੇ ਹੋਰ ਕੋਈ ਮੈਸੇਜ ਦੇਣਾ ਚਾਹੋ ਇਹਦੇ ਇਲਾਵਾ? ਉਹਦੇ ਇਲਾਵਾ ਇਹ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਲਿਆ, ਤੁਹਾਡੇ ਪ੍ਰੋਗਰਾਮ ਬਹੁਤ ਅੱਛੇ ਨੇ, ਤੁਸੀਂ ਬਹੁਤ ਅੱਛੇ ਪ੍ਰੋਗਰਾਮ ਕਰਦੇ ਹੋ। ਐਸੇ ਅਸੀਂ ਆਪ ਵੀ ਬਹੁਤ ਅੱਛੇ ਜੇ, ਮੈਂ ਕਿਹਾ ਸਿਰਫ ਪ੍ਰੋਗਰਾਮ ਨਹੀਂ ਅੱਛੇ, ਅਸੀਂ ਆਪ ਵੀ ਬੜੇ ਅੱਛੇ ਜੇ। ਬਿਲਕੁਲ ਬਿਲਕੁਲ ਤੁਸੀਂ ਵੀ ਅੱਛੇ ਜੇ। ਆਪਣੀ ਹੁਣ ਇੱਕ ਫੋਟੋ ਭੇਜ ਦੇਣਾ, ਤੁਹਾਨੂੰ ਵੈਸੇ ਤੇ ਸਾਰੇ ਜਾਣਦੇ, ਆਵਾਜ਼ ਪਹਿਚਾਣਦੇ ਨੇ, ਮਗਰ ਫਿਰ ਵੀ ਚਲੋ ਇਤਿਹਾਤਨ ਕਿਸੇ ਨੂੰ ਨਹੀਂ ਪਤਾ ਤੇ ਉਹ ਵੀ ਦੱਸ ਦਿਆਂਗੇ। ਠੀਕ ਹੈ, ਠੀਕ, बहुत शुक्रिया, बहुत थैंक यू जी। ओके ओके। जामर साहब ने तो उर्दू बोली नहीं, अब मैं बता देता हूँ आपको थोड़ा सा कि जो लोग भी सफ़र कर रहे हैं वो एक तो ये फ़ायदा उठाएं, गाड़ी या कुछ भी हो सकता है। दूसरा ये ग्रीन पेपर इंश्योरेंस का आपकी गाड़ी में पड़ा होना चाहिए। आडे से पहले तो बड़ी मौजें होती थी, अब बेल्जियम का मुझे भी आज ही पता चला कि ये सिस्टम है।
पहले तो इंग्लैंड में भी हम फ़ोन कर लेते, अब यहाँ पे भी नहीं वो आते क्योंकि यूरोपियन यूनियन से बाहर जा चुका है। तो जिस तरह आमिर साहब ने आपको मशवरा दिया, जिनको पंजाबी समझ नहीं आई उनको मैं उर्दू में बताऊँ कि अगर आप सफ़र कर रहे हैं तो आपकी गाड़ी कुछ इस तरह ट्रबल कर रही है। ये बता रहे थे किसी का टायर था वो फट गया तो उसका भी 500,000 का वहाँ पे नुस्खा निकल आया था। तो आपने कोशिश करनी है बेल्जियम में कि मोटरवे जो है उसको जितनी जल्दी हो वो छोड़ दें और नॉर्मल सड़क पे आ जाएंगे तो कवानीन चेंज हो जाते हैं। कमेंट्स में लिखें कि आमिर साहब के मशवरे से फ़ायदा होगा कभी ज़िंदगी में, अल्लाह करे किसी की गाड़ी ख़राब ही ना हो, मगर चलती का नाम दुनिया। चैनल को सब्सक्राइब करें, जुड़े रहें।